ਹਰ ਵਿਸ਼ੇਸ਼ ਵਿਅਕਤੀ ਦਾ ਕੁਝ ਧਾਰਮਿਕ ਜੀਵਨ ਹੁੰਦਾ ਹੈ, ਕੁਝ ਸਮਾਜਿਕ ਜੀਵਨ ਹੁੰਦਾ ਹੈ ਔਰ ਕੁਝ ਰਾਜਨੀਤਿਕ। ਇਤਿਹਾਸ ਦੇ ਵਿੱਚ ਇਹ ਤਿੰਨੇ ਪੱਖ ਭਗਤ ਕਬੀਰ ਦੇ ਮਿਲਦੇ ਨੇ। ਧਾਰਮਿਕ ਤੌਰ ਤੇ ਸਿਰਮੌਰ ਮਨੁੱਖ ਉਸਦੇ ਬਾਕੀ ਦੇ ਜੀਵਨ ਦੇ ਪਹਿਲੂ ਬੇਦਾਗ ਰਹਿੰਦੇ ਨੇ। ਉਹ ਮਨੁੱਖ ਦਾਗੀ ਆਉਂਦਾ ਹੈ ਸਮਾਜਿਕ ਤਲ ਤੇ, ਰਾਜਨੀਤਿਕ ਤਲ ਤੇ, ਜਿਸ ਦੇ ਕੋਲ ਧਾਰਮਿਕ ਉੱਚਤਾ ਨਹੀਂ ਹੈ, ਧਾਰਮਿਕ ਜੀਵਨ ਨਹੀਂ ਹੈ। ਇਸ ਵਾਸਤੇ ਭਗਤ ਕਬੀਰ ਜੀ ਦਾ ਸਮਾਜਿਕ ਜੀਵਨ ਅਤਿਅੰਤ ਪਵਿੱਤਰ, ਮਹਾਨ। ਔਰ ਭਗਤ ਕਬੀਰ ਜੀ ਨੇ ਰਾਜਨੀਤਿਕ ਵਿਚਾਰ ਵੀ ਜੋ ਸੰਸਾਰ ਨੂੰ ਦਿੱਤੇ, ਪਵਿੱਤਰਤਾ ਨਾਲ ਭਰੇ ਹੋਏ ਔਰ ਨਿਰਮਲਤਾ ਦੀ ਰੋਸ਼ਨੀ ਵੰਡਣ ਵਾਲੇ ਨੇ। ਆਪ ਦੇ ਮਾਂ-ਬਾਪ ਜਿੱਥੇ ਆਪ ਤੋਂ ਸਦਕੇ ਜਾਂਦੇ ਨੇ, ਆਪ ਦੀ ਪਤਨੀ ਆਗਿਆਕਾਰ ਹੈ ਔਰ ਪਿਤਾ ਪੁੱਤਰ ਸਹਿਮਤ ਹੋ ਕੇ ਚੱਲਣ ਵਾਲੇ ਨੇ। ਪਰਿਵਾਰਕ ਜ਼ਿੰਦਗੀ ਅਤਿਅੰਤ ਮਹਾਨ ਹੈ ਔਰ ਇਹ ਮਹਾਂਪੁਰਸ਼ ਦੀ ਇਹ ਖੂਬੀ ਆਉਂਦੀ ਹੈ ਕਿ ਮੈਂ ਸਾਰੇ ਸੰਸਾਰ ਨਾਲ ਬਣਾ ਕੇ ਰੱਖਣੀ ਹੈ, ਲਿਹਾਜ਼ਾ ਉਸ ਸਾਰੇ ਸੰਸਾਰ ਵਿੱਚ ਮੇਰਾ ਪਰਿਵਾਰ ਵੀ ਆਉਂਦਾ ਹੈ ਤੇ ਮੈਂ ਪਰਿਵਾਰ ਨਾਲ ਵੀ ਬਣਾ ਕੇ ਜੋ ਹੈ ਰੱਖਣੀ। ਕਬੀਰ ਦੇ ਜੀਵਨ ਦੇ ਇਹ ਸਾਰੇ ਪਹਿਲੂ ਬੇਦਾਗ ਨੇ, ਨਿਰਮਾਣਤਾ ਦੀ ਆਪ ਮੂਰਤੀ ਨੇ। ਕਹਿੰਦੇ ਨੇ ਇੱਕ ਦਫਾ ਈਰਖਾਲੂਆਂ ਨੇ ਆਪ ਦੀ ਬੇਇੱਜ਼ਤੀ ਕਰਾਉਣ ਲਈ, ਆਪ ਦੀ ਹੇਠੀ ਕਰਾਉਣ ਲਈ ਆਲੇ ਦੁਆਲੇ ਐਸੇ ਪੱਤਰ ਭੇਜ ਦਿੱਤੇ ਕਿ ਆਉਣ ਵਾਲੀ ਪੂਰਨਮਾਸ਼ੀ ਦੇ ਦਿਨ ਕਬੀਰ ਦੇ ਘਰ ਬ੍ਰਹਮ ਭੋਜ ਹੋਵੇਗਾ। ਕਬੀਰ ਨੇ ਇੱਕ ਇੱਕ ਮੋਹਰ ਸੋਨੇ ਦੀ ਦਕਸ਼ਣਾ ਵੀ ਦੇਣੀ ਹੈ ਔਰ ਵਸਤਰ ਵੀ ਦੇਣੇ ਨੇ। ਲੋੜਵੰਦ ਸਾਧੂ ਸੰਤ ਹੋਰ ਕਬੀਰ ਦੇ ਘਰ ਮੇਲੇ ਦੇ ਰੂਪ ਦੇ ਜਮਾ ਹੋਏ। ਪਰ ਦੇਵਨੇਤ ਐਸੇ ਲੋਕ ਵੀ ਆਏ ਜਿਨ੍ਹਾਂ ਨੇ ਉਸ ਦਿਨ ਬ੍ਰਹਮ ਭੋਜ ਦਾ ਸਾਰਾ ਨਿਜ਼ਾਮ ਖੁਦ ਚਲਾਇਆ, ਸਾਰਾ ਇੰਤਜ਼ਾਮ ਖੁਦ ਕੀਤਾ, ਜੋ ਕਬੀਰ ਦੀ ਆਰਥਿਕ ਸਮਰੱਥਾ ਤੋਂ ਪਰੇ ਦੀ ਗੱਲ ਸੀ। ਤੇ ਜਦ ਚਾਰੋਂ ਪਾਸੇ ਧਨ ਕਬੀਰ ਦੀ ਗੁੰਜਾਰਾਂ ਉੱਠੀਆਂ ਤਾਂ ਆਪ ਨੇ ਆਖਿਆ, ਨਾ ਹਮ ਕੀਆ ਨਾ ਕरेंगे ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਇੱਕ ਦਿਨ ਸਿਕੰਦਰ ਲੋਧੀ ਦੀ ਬੇਗਮ ਗੰਗਾ ਦੇ ਤੱਟ ਤੇ ਹਿੰਦੂ ਯਾਤਰੂਆਂ ਨੂੰ ਵੇਖਣ ਲਈ ਆਈ। ਬਸਤਰ ਬੜੇ ਕੀਮਤੀ ਪਹਿਨੇ ਹੋਏ, ਹੀਰੇ ਮੋਤੀਆਂ ਨਾਲ ਜੜਤ ਉਸਦਾ ਬੁਰਕਾ ਔਰ ਤਰ੍ਹਾਂ ਤਰ੍ਹਾਂ ਦੇ ਜ਼ਰੀ ਦੇ ਨਾਲ ਸਿਲੇ ਹੋਏ ਉਸਦਾ ਪਹਿਰਾਵਾ ਤੇ ਬਸਤਰ। ਕਬੀਰ ਦੇ ਚੇਲੇ, ਕਬੀਰ ਦੇ ਸ਼ਿਸ਼ ਵੇਖ ਕੇ ਦੰਗ ਰਹਿ ਗਏ। ਕਬੀਰ ਜੀ ਦੇ ਡੇਰੇ ਵਿੱਚ ਇੱਕ ਪਨਹਾਰੀ ਸੀ ਜੋ ਸਾਰਾ ਦਿਨ ਆਏ ਗਏ ਯਾਤਰੂਆਂ ਨੂੰ ਜਲ ਪਿਲਾਉਂਦੀ ਸੀ। ਬੜੀ ਸ਼ਰਧਾ ਦੇ ਨਾਲ ਪਾਣੀ ਪਿਲਾਉਂਦਿਆਂ ਪਿਲਾਉਂਦਿਆਂ ਸਤਨਾਮ ਸਤਨਾਮ ਦਾ ਉਹ ਰਟਨ ਕਰਦੀ ਰਹਿੰਦੀ ਸੀ। ਕਬੀਰ ਪੰਥੀਆਂ ਦਾ ਗੁਰਮੰਤਰ ਸਤਨਾਮ ਹੈ। ਪਾਣੀ ਪਿਲਾਉਂਦਿਆਂ ਪਿਲਾਉਂਦਿਆਂ ਲੋਕਾਂ ਦੇ ਕੰਨਾਂ ਵਿੱਚ ਉਹ ਰੱਬ ਦੀ ਬਾਣੀ ਵੀ ਪਾਈ ਜਾਂਦੀ ਸੀ। ਇਹ ਇਸ ਤਰ੍ਹਾਂ ਦੀ ਪਨਹਾਰੀ, ਇਹ ਇਸ ਤਰ੍ਹਾਂ ਦਾ ਪਾਣੀ ਪਿਲਾਉਣ ਵਾਲੀ ਮੂੰਹ ਦੇ ਰਾਹੀਂ ਪਾਣੀ ਪਿਲਾਈ ਜਾਂਦੀ ਸੀ, ਕੰਨਾਂ ਦੇ ਰਾਹੀਂ ਬਾਣੀ ਪਿਲਾਈ ਜਾਂਦੀ ਸੀ। ਲੇਕਿਨ ਉਸ ਦੇ ਤਨ ਦੇ ਬਸਤਰ ਫਟੇ ਔਰ ਉਹ ਲਾਵਾਰਿਸ ਮੁਫਲਿਸ ਸੀ। ਕਬੀਰ ਦੇ ਚੇਲੇ ਕਬੀਰ ਜੀ ਪਾਸ ਆ ਕੇ ਗਿਲਾ ਕਰਦੇ ਨੇ, ਭਗਤ ਜੀ ਇਹ ਜੋ ਪਨਹਾਰੀ ਹੈ ਸਾਰਾ ਦਿਨ ਸਤਨਾਮ ਦਾ ਰਟਨ ਕਰਦੀ ਹੈ, ਲੋਕਾਂ ਦੀ ਸਰੀਰਕ ਪਿਆਸ ਬੁਝਾਉਂਦੀ ਹੈ ਤੇ ਲੋਕਾਂ ਨੂੰ ਮਾਨਸਿਕ ਸ਼ਾਂਤੀ ਮਿਲ ਸਕੇ, ਸਤਨਾਮ ਦੀ ਧੁਨੀ ਉਹਨਾਂ ਦੇ ਕੰਨਾਂ ਵਿੱਚ ਪਾਉਂਦੀ ਹੈ, ਲੇਕਿਨ ਅਤਿਅੰਤ ਮੁਫਲਿਸ ਹੈ, ਗਰੀਬ ਹੈ, ਤਨ ਦੇ ਬਸਤਰ ਵੀ ਫਟੇ ਹੋਏ ਨੇ। ਲੇਕਿਨ ਸਿਕੰਦਰ ਲੋਧੀ ਦੀ ਬੇਗਮ ਨੂੰ ਅਸੀਂ ਅੱਜ ਦੇਖਿਆ ਗੰਗਾ ਦੇ ਤੱਟ ਤੇ, ਉਹਨੇ ਮਖਮਲੀ ਲਿਬਾਸ ਪਹਿਨਿਆ ਔਰ ਹੀਰੇ ਮੋਤੀ ਪੰਨਿਆਂ ਨਾਲ ਜੜਤ। ਕਿਆ ਇਹ ਰੱਬ ਅਨਿਆਏ ਨਹੀਂ ਕਰਦਾ ਕਿ ਰੱਬ ਦਾ ਚਿੰਤਨ ਕਰਨ ਵਾਲੇ ਦੁਖੀ ਤੇ ਰੱਬ ਤੋਂ ਬੇਮੁਖ ਹੋ ਕੇ ਇਸ ਤਰ੍ਹਾਂ ਦੀ ਐਸ਼ਵਰ ਜ਼ਿੰਦਗੀ ਬਤੀਤ ਕਰਦੇ ਨੇ। ਕਬੀਰ ਨੇ ਉੱਥੇ ਜਿਹੜੇ ਬੋਲ ਆਪਣੇ ਉਚਾਰਨ ਕੀਤੇ ਨੇ ਜੋ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਨੇ। ਕਬੀਰ ਹੈਂਗੇ ਬਾਹਨ ਸਘਨ ਘਨ ਛਤਰਪਤੀ ਕੀ ਨਾਰ, ਤਾਸੋ ਪਟੰਤਰ ਨਾ ਪੁਜੇ ਹਰ ਜਨ ਕੀ ਪਨਿਹਾਰ। ਇਹ ਠੀਕ ਹੈ ਕਿ ਸਿਕੰਦਰ ਲੋਧੀ ਦੀ ਬੇਗਮ ਨੇ ਬੜੇ ਕੀਮਤੀ ਬਸਤਰ ਪਹਿਨੇ ਨੇ ਔਰ ਉਹ ਹੀਰੇ ਮੋਤੀਆਂ ਨਾਲ ਜੜਤ ਨੇ, ਲੇਕਿਨ ਉਹ ਬਸਤਰ ਇਸ ਪਨਹਾਰੀ ਦਾ ਮੁਕਾਬਲਾ ਨਹੀਂ ਕਰ ਸਕਦੇ।
ਜੋ ਹਰੀ ਦੇ ਜਨਾਂ ਨੂੰ ਪਾਣੀ ਪਿਲਾਉਂਦੀ ਹੈ, ਸਾਰਾ ਦਿਨ ਸੇਵਾ ਕਰਦੀ ਹੈ ਸੰਤ ਜਨਾਂ ਦੀ, ਇਹਦੇ ਕੱਪੜੇ ਮਹਾਨ ਨੇ। ਸਿਕੰਦਰ ਲੋਧੀ ਦੀ ਬੇਗਮ ਦੇ ਕੱਪੜੇ ਤੁੱਛ ਨੇ। ਚੇਲੇ ਕਹਿੰਦੇ ਨੇ ਇਸ ਨੇ ਤੇ ਖੱਦਰ ਦੇ ਕੱਪੜੇ ਪਹਿਨੇ ਨੇ, ਉਹ ਵੀ ਫਟੇ ਹੋਏ, ਤੇ ਉਸ ਬੇਗਮ ਨੇ ਮਖਮਲ ਦਾ ਲਿਬਾਸ ਪਹਿਨਿਆ ਹੈ, ਉਹ ਵੀ ਹੀਰੇ ਮੋਤੀਆਂ ਨਾਲ ਜੜਤ, ਤੇ ਆਪ ਉਸ ਬਸਤਰਾਂ ਨੂੰ ਤੁੱਛ ਕਹਿੰਦੇ ਹੋ, ਇਸ ਨੂੰ ਮਹਾਨ ਕਹਿੰਦੇ ਹੋ। ਤੋ ਕਬੀਰ ਕਹਿੰਦੇ ਨੇ ਮੇਰੇ ਕੋਲ ਕਾਰਨ ਜਾਣੋ, ਮੈਂ ਐਸਾ ਕਿਉਂ ਆਖਿਆ। ਕਬੀਰ ਨਿਰਪਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਂਗ, ਉਹ ਮਾਂਗ ਸਵਾਰੇ ਵਿਖੇ ਕੋ, ਇਹ ਸਿਮਰੇ ਹਰੀ ਨਾਮ। ਇਸ ਦੇ ਫਟੇ ਪੁਰਾਣੇ ਕੱਪੜੇ ਪ੍ਰਭੂ ਦੇ ਚਿੰਤਨ ਵਿੱਚ ਇਸ ਨੂੰ ਲੀਨ ਰੱਖਦੇ ਨੇ, ਨਿਰੰਕਾਰ ਦੇ ਵਿੱਚ ਇਸ ਨੂੰ ਲੀਨ ਰੱਖਦੇ ਨੇ, ਜਦ ਕਿ ਉਸ ਦਾ ਮਖਮਲੀ ਲਿਬਾਸ ਉਹਨੂੰ ਸੰਸਾਰ ਵਿੱਚ ਲੀਨ ਰੱਖਦਾ। ਤੋ ਮੈਂ ਤੇ ਉਸ ਵੇਸ਼ ਭੂਸ਼ਾ ਦੀ ਹੀ ਉਪਮਾ ਕਰਾਂਗਾ ਜਿਹੜੀ ਵੇਸ਼ ਭੂਸ਼ਾ ਮਨੁੱਖ ਨੂੰ ਨਿਰੰਕਾਰ ਵਿੱਚ ਲੀਨ ਕਰੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਐਸਾ ਕਹਿਣਾ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਉਹ ਪਹਿਨਣਾ ਜਿਹਦੇ 'ਚ ਬੰਦਾ ਸੰਸਾਰ ਵਿੱਚ ਹੀ ਗਰਜ ਖੋ ਜਾਏ ਤੇ ਸੰਸਾਰ ਦੀਆਂ ਨਜ਼ਰਾਂ ਦਾ ਹੀ ਇੱਕ ਪਾਤਰ ਬਣ ਕੇ ਰਹਿ ਜਾਏ। ਸਾਹਿਬ ਕਹਿੰਦੇ ਨੇ ਐਸਾ ਤੇ ਮਨ ਦੇ 'ਚ ਖੁਆਰੀ ਨੂੰ ਜਨਮ ਦਿੰਦਾ ਹੈ, ਤਨ ਦੇ 'ਚ ਰੋਗਾਂ ਨੂੰ ਜਨਮ ਦਿੰਦਾ ਹੈ। ਅੱਜ ਤੱਕ ਤੇ ਵੈਦ ਔਰ ਹਿਕਮਤ ਇਹ ਕਹਿੰਦੀ ਆਈ ਏ ਕਿ ਆਹਾਰਕ ਰੋਗ ਹੁੰਦੇ ਨੇ, ਵਿਵਹਾਰਿਕ ਰੋਗ ਹੁੰਦੇ ਨੇ, ਕਰਮ ਰੋਗ ਹੁੰਦੇ ਨੇ। ਪ੍ਰਥਮ ਰੋਗ ਉਹ ਜੋ ਖਾਣ ਪੀਣ ਦੀ ਬਦਪਰਹੇਜ਼ੀ ਨਾਲ ਪੈਦਾ ਹੁੰਦੇ ਨੇ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਬਦਪਰਹੇਜ਼ੀ ਸਿਰਫ ਖਾਣ ਪੀਣ ਦੀ ਨਹੀਂ ਆਉਂਦੀ, ਬਦਪਰਹੇਜ਼ੀ ਪਹਿਨਣ ਦੀ ਵੀ ਹੁੰਦੀ ਹੈ। ਇਸ ਦਾ ਵੀ ਮਨ ਦੇ ਉੱਤੇ ਆਪਣਾ ਪ੍ਰਭਾਵ ਹੈ। ਔਰ ਮਨ ਦੀ ਚੰਚਲਤਾ ਜਿਨ੍ਹਾਂ ਪਹਿਰਾਵਿਆਂ ਨਾਲ ਵਧੇ, ਮਨ ਦੀ ਚੰਚਲਤਾ ਸਰੀਰ ਦੇ ਤਲ ਤੇ ਰੋਗਾਂ ਨੂੰ ਜਨਮ ਦੇਵੇਗੀ, ਬਿਮਾਰੀਆਂ ਨੂੰ ਜਨਮ ਦੇਵੇਗੀ। ਇਸ ਵਾਸਤੇ ਆਪ ਨੇ ਬੁਲੰਦ ਬਾਂਗ ਆਖਿਆ ਹੈ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਕਬੀਰ ਨਿਰਪਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਵਿਖੇ ਕੋ, ਉਹ ਸਿਮਰੇ ਹਰੀ ਨਾਮ। ਕਬੀਰ ਦੀ ਬਾਣੀ ਵਿੱਚ ਧਾਰਮਿਕ ਉਪਦੇਸ਼ ਬੜੇ ਫਿਲਸਫਾਨਾ ਢੰਗ ਦੇ ਨਾਲ ਦਰਜ ਹੈ। ਆਪ ਦੇ ਸ਼ਲੋਕ ਨੇ, ਛੰਦ ਨੇ, ਸ਼ਬਦ ਨੇ, ਹਰ ਰਾਗ ਦੇ 'ਚ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਭਗਤ ਬਾਣੀ ਵਿੱਚ ਸਭ ਤੋਂ ਜ਼ਿਆਦਾ ਬਾਣੀ ਭਗਤ ਕਬੀਰ ਦੀ ਹੈ। ਔਰ ਜਿੱਥੇ ਜਿੱਥੇ ਵੀ ਭਗਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਆਰੰਭ ਹੁੰਦੀ ਹੈ, ਕਰੀਬਨ ਸਭ ਤੋਂ ਪ੍ਰਥਮ ਸ਼੍ਰੀ ਕਬੀਰ ਜੀ ਮਹਾਰਾਜ ਦੇ ਹੀ ਸ਼ਬਦ ਆਉਂਦੇ ਨੇ। ਔਰ ਆਪ ਦੇ ਸ਼ਬਦਾਂ ਨੇ ਜ਼ਿੰਦਗੀ ਦੇ ਹਰ ਪਹਿਲੂ ਦੇ ਉੱਤੇ ਬੜੇ ਸੋਹਣੇ ਢੰਗ ਨਾਲ ਰੋਸ਼ਨੀ ਪਾਈ ਹੈ। ਅਧਿਆਤਮਿਕ ਚਿੰਤਨ ਤੇ ਧਾਰਮਿਕ ਮੂਲ ਗਿਆਨ ਆਪ ਇੱਕ ਸ਼ਲੋਕ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਦਿੰਦੇ ਨੇ। ਕਬੀਰ ਐਸਾ ਕੋਈ ਨ ਜਨਮਿਓ, ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ, ਰਹੇ RAM ਲਿਵ ਲਾਗ। ਕਬੀਰ ਜੀ ਦਾ ਐਸਾ ਕਹਿਣਾ ਕਿ ਚੂੰਕਿ ਅਸੀਂ ਦੋ ਸਰੀਰ ਰੱਖਦੇ ਹਾਂ, ਇੱਕ ਅਸਥੂਲ ਇੱਕ ਸੂਖਸ਼ਮ, ਇੱਕ ਜੋ ਦਿਖਾਈ ਦਿੰਦਾ ਹੈ, ਇੱਕ ਅਦ੍ਰਿਸ਼। ਇਹ ਜਿਹੜਾ ਸਰੀਰ ਦਿਖਾਈ ਦਿੰਦਾ ਹੈ ਇਸ ਨੂੰ ਆਖਿਆ ਜਾਂਦਾ ਹੈ ਪ੍ਰਗਟ ਚਿੱਤਰ, ਤੇ ਜਿਹੜਾ ਸਰੀਰ ਨਹੀਂ ਦਿਖਾਈ ਦਿੰਦਾ ਉਸ ਨੂੰ ਆਖਿਆ ਜਾਂਦਾ ਚਿੱਤਰ ਗੁਪਤ, ਗੁਪਤ ਚਿੱਤਰ, ਉਹ ਚਿੱਤਰ ਜੋ ਨਹੀਂ ਦਿਖਾਈ ਦਿੰਦਾ। ਬੰਦਾ ਦੂਸਰੇ ਦਾ ਤਨ ਵੇਖ ਸਕਦਾ ਹੈ, ਬੰਦਾ ਦੂਸਰੇ ਦਾ ਮਨ ਨਹੀਂ ਵੇਖ ਸਕਦਾ। ਲੇਕਿਨ ਮਨ ਦੀ ਆਪਣੀ ਹੋਂਦ ਹੈ, ਔਰ ਕਿਸੇ ਹੱਦ ਤੱਕ ਦੇਖਿਆ ਜਾਏ ਤੇ ਤਨ ਦੀ ਬੁਨਿਆਦ ਹੈ। ਤੇ ਮਨੁੱਖ ਦਾ ਅਸਲੀ ਸਰੂਪ ਜੋ ਹੈ ਉਸ ਦੇ ਵਿਚਾਰ ਨੇ, ਉਸ ਦਾ ਮਨ ਹੈ। ਪਰ ਇਹ ਇਹਨਾਂ ਅੱਖਾਂ ਨਾਲ ਨਹੀਂ ਦਿਖਾਈ ਦਿੰਦਾ। ਤੇ ਹਰ ਵਕਤ ਇਸ ਤਰ੍ਹਾਂ ਦੇ ਦੋ ਰੂਪ ਮਨੁੱਖ ਦੇ ਅਕਸਰ ਬਣੇ ਰਹਿੰਦੇ ਨੇ। ਕਈ ਦਫਾ ਤਨ ਦੇ ਤਲ ਦੇ ਉੱਤੇ ਮਨੁੱਖ ਸ਼ਰੀਫ ਪ੍ਰਗਟ ਹੁੰਦਾ ਹੈ, ਲੇਕਿਨ ਮਨ ਦੇ ਤਲ ਤੇ ਉਹ ਸ਼ਰੀਫ ਨਹੀਂ ਹੁੰਦਾ। ਕਈ ਦਫਾ ਤਨ ਦੇ ਤਲ ਦੇ ਉੱਤੇ ਉਹ ਬਹੁਤ ਭੋਲਾ ਦਿਖਾਈ ਦਿੰਦਾ ਹੈ, ਲੇਕਿਨ ਮਨ ਦੇ ਤਲ ਦੇ ਉੱਤੇ ਉਹ ਬਹੁਤ ਚਲਾਕ ਹੁੰਦਾ ਹੈ ਤੇ ਚਲਾਕੀਆਂ ਨਹੀਂ ਦਿਖਾਈ ਦਿੰਦੀਆਂ। ਕਈ ਦਫਾ ਤਨ ਦੇ ਤਲ ਦੇ ਉੱਤੇ ਬਹੁਤ ਵੱਡਾ ਦਾਨੀ ਦਿਖਾਈ ਦਿੰਦਾ ਹੈ, ਪਰ ਮਨ ਦੇ ਤਲ ਦੇ ਉੱਤੇ ਬਹੁਤ ਬੇਈਮਾਨ ਹੁੰਦਾ ਹੈ। ਕਈ ਦਫਾ ਤਨ ਦੇ ਤਲ ਦੇ ਉੱਤੇ ਬਹੁਤ ਸਿਆਣਾ ਦਿਖਾਈ ਦਿੰਦਾ ਹੈ, ਪਰ ਮਨ ਦੇ ਤਲ ਦੇ ਉੱਤੇ ਅਕਸਰ ਦੇਖਿਆ ਜਾਂਦਾ ਹੈ ਉਹ ਮੂਰਖ ਹੁੰਦਾ ਹੈ, ਕੁਬੱਡ ਹੁੰਦਾ ਹੈ। ਔਰ ਐਸਾ ਦੇਖਿਆ ਗਿਆ ਪ੍ਰਗਟ ਚਿੱਤਰ ਤੇ ਚਿੱਤਰ ਗੁਪਤ ਦਾ ਆਪਸ ਦੇ ਤਾਲਮੇਲ ਨਹੀਂ ਬੈਠਦਾ। ਪ੍ਰਗਟ ਚਿੱਤਰ ਕੁਝ ਹੋਰ ਦਿਸ਼ਾ ਦੀ ਤਰਫ ਗਮਨ ਕਰਦਾ ਹੈ ਤੇ ਚਿੱਤਰ ਗੁਪਤ ਕਿਸੇ ਹੋਰ ਦਿਸ਼ਾ ਦੀ ਤਰਫ। ਧਰਮ ਦੀ ਸਾਧਨਾ ਦਰਅਸਲ ਚਿੱਤਰ ਗੁਪਤ ਨੂੰ ਸੁੰਦਰ ਬਣਾਉਣ ਲਈ ਹੈ, ਲੇਕਿਨ
ਮਨੁੱਖ ਦੀ ਸਾਰੀ ਸਾਧਨਾ ਪ੍ਰਗਟ ਚਿੱਤਰ ਨੂੰ ਸੁੰਦਰ ਬਣਾਉਣ ਲਈ ਹੈ। ਸ਼ੀਸ਼ੇ ਦੇ ਅੱਗੋਂ ਘੰਟਾ ਘੰਟਾ ਖੜਿਆ, ਆਪਣਾ ਰੰਗ ਰੂਪ ਸਵਾਰ ਰਿਹਾ ਹੈ। ਔਰ ਅੱਜ ਦੇ ਸਮੇਂ 'ਚ ਜਿਤਨੇ ਸੌਂਦਰਯ ਪ੍ਰਸਾਧਨ ਬਾਜ਼ਾਰ ਵਿੱਚ ਆਏ ਨੇ ਔਰ ਚਾਰੋਂ ਪਾਸੇ ਫੈਕਟਰੀਆਂ ਬਣਾ ਰਹੀਆਂ ਨੇ, ਇਸ ਤਰ੍ਹਾਂ ਦਾ ਕੋਈ ਸਾਧਨ, ਇਸ ਤਰ੍ਹਾਂ ਦੇ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ ਕਿ ਕਿਸੇ ਤਰੀਕੇ ਨਾਲ ਮਨੁੱਖ ਦਾ ਮਨ ਸੁੰਦਰ ਦਿਖਾਈ ਦੇਵੇ, ਮਨੁੱਖ ਦਾ ਚਿੱਤਰ ਗੁਪਤ ਸੁੰਦਰ ਹੋਵੇ, ਖੂਬਸੂਰਤ ਹੋਵੇ। ਤਨ ਦੀ ਖੂਬਸੂਰਤੀ ਤੇ ਸਾਰਾ ਜ਼ੋਰ ਹੈ, ਮਨ ਦੀ ਖੂਬਸੂਰਤੀ ਦੇ ਉੱਤੇ ਬਿਲਕੁਲ ਜ਼ੋਰ ਨਹੀਂ। ਇਸ ਵਾਸਤੇ ਸੰਸਾਰ ਵਿੱਚ ਦੇਖਣ ਵਿੱਚ ਆ ਰਿਹਾ ਹੈ, ਤਨ ਸੁੰਦਰ ਹੁੰਦੇ ਜਾ ਰਹੇ ਨੇ, ਮਨ ਕਰੂਪ ਹੁੰਦੇ ਜਾ, ਤਨ ਦੀ ਸ਼ੋਭਾ ਵੱਧਦੀ ਜਾ ਰਹੀ ਹੈ, ਮਨ ਦੀ ਸ਼ੋਭਾ ਘਟਦੀ ਜਾ ਰਹੀ ਹੈ। ਤਨ ਪ੍ਰਭਾਵਿਤ ਕਰਨ ਲੱਗ ਪਏ ਨੇ, ਮਨ ਦਾ ਕੁਝ ਵੀ ਪ੍ਰਭਾਵ ਨਹੀਂ ਰਹਿ ਗਿਆ। ਜਦ ਕਿ ਮਨ ਵਾਸਤਵਿਕ ਹਕੀਕੀ ਮੂਲ ਸਰੀਰ ਹੈ, ਇਹ ਚਿੱਤਰ ਗੁਪਤ ਹੈ। ਜਦ ਅੰਤਮ ਸਮੇਂ ਇਸ ਪ੍ਰਗਟ ਚਿੱਤਰ ਨੂੰ ਜਲਾ ਦਿੱਤਾ ਜਾਂਦਾ ਹੈ ਜਾਂ ਦਫਨ ਕਰ ਦਿੱਤਾ ਜਾਂਦਾ ਹੈ, ਤਾਂ ਫਿਰ ਰਹਿ ਜਾਂਦਾ ਹੈ ਚਿੱਤਰ ਗੁਪਤ ਮਨ, ਸੰਸਕਾਰਾਂ ਦਾ ਮੁਜੱਸਮਾ। ਇਹ ਫਿਰ ਅੱਗੇ ਜਾਂਦਾ ਹੈ ਔਰ ਇਹ ਜਿਸ ਤਰ੍ਹਾਂ ਦਾ ਹੁੰਦਾ ਹੈ ਉਸ ਤਰ੍ਹਾਂ ਦਾ ਅੱਗੇ ਇਸ ਨੂੰ ਸਰੀਰ ਮਿਲ ਜਾਂਦਾ ਹੈ। ਸੰਸਾਰ ਤਨ ਦੀ ਸੁੰਦਰਤਾ ਦੇ 'ਚ ਤੇ ਤਨ ਨੂੰ ਸਵਾਰਨ ਦੇ 'ਚ ਆਪਣਾ ਸਮਾਂ ਖਰਚ ਕਰਦਾ ਹੈ। ਭਗਤ ਮਨ ਨੂੰ ਸਵਾਰਨ ਦੇ 'ਚ ਸਮਾਂ ਤੇ ਮਿਹਨਤ ਜੁਟਾਉਂਦੇ ਨੇ। ਬਾਬਾ ਫਰੀਦ ਦਾ ਕਹਿਣਾ ਹੈ, ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜੇ ਤੂੰ ਤਨ ਸਵਾਰੇ ਤੇ ਸੰਸਾਰ ਨੂੰ ਚੰਗਾ ਲੱਗਦਾ ਹੈ, ਪਰ ਜੇ ਤੂੰ ਆਪਣਾ ਮਨ ਸਵਾਰੇ ਤਾਂ ਨਿਰੰਕਾਰ ਨੂੰ ਚੰਗਾ ਲੱਗੇਗਾ, ਨਿਰੰਕਾਰ ਤੇਰੇ ਨਾਲ ਪਿਆਰ ਪਾਵੇਗਾ। ਤਨ ਦੇ ਖੂਬਸੂਰਤ ਲੋਕ ਬਾਹਰ ਮਹਿਫਿਲਾਂ ਦੇ ਸਨਮਾਨ ਪਾਉਂਦੇ ਨੇ, ਪਰ ਮਨ ਦਾ ਖੂਬਸੂਰਤ ਮਨੁੱਖ ਪ੍ਰਭੂ ਦੀ ਦਰਗਾਹ ਵਿੱਚ ਮਾਣ ਮਰਿਆਦਾ ਪਾਉਂਦਾ ਹੈ, ਸਨਮਾਨ ਪਾਉਂਦਾ ਹੈ। ਇਸ ਵਾਸਤੇ ਸਾਹਿਬ ਵੀ ਕਹਿੰਦੇ ਨੇ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ। ਦਰਅਸਲ ਮੂਲ ਮਨ ਹੈ, ਇਹ ਚਿੱਤਰਗੁਪਤ ਹੈ। ਤਨ ਦੀ ਆਪਣੀ ਔਲਾਦ ਹੈ, ਮਨ ਦੀ ਆਪਣੀ ਔਲਾਦ ਹੈ। ਤਨ ਦੀ ਔਲਾਦ ਇਹਦੀ ਕੋਈ ਪੂਰਨ ਤੌਰ ਤੇ ਗਿਣਤੀ ਨਹੀਂ ਹੈ। ਕਿਸੇ ਦਾ ਇੱਕ ਬੱਚਾ ਹੋ ਸਕਦਾ ਹੈ, ਕਿਸੇ ਦੇ 2 ਹੋ ਸਕਦੇ ਨੇ, ਕਿਸੇ ਦੇ 5 ਹੋ ਸਕਦੇ ਨੇ, ਕਿਸੇ ਦੇ 10-12 ਵੀ ਹੋ ਸਕਦੇ ਨੇ। ਲੇਕਿਨ ਮਨ ਦੀ ਔਲਾਦ ਗਿਣੀ ਮਿੱਥੀ ਹੈ। ਮਨ ਦੀ ਔਲਾਦ ਤੇ 5 ਪੁੱਤਰ ਹੀ ਨੇ ਔਰ ਇਹ ਪੰਜੇ ਦੇ ਪੰਜੇ ਭੈੜੇ। ਸਰੀਰਕ ਔਲਾਦ ਉਹਦੇ 'ਚ ਕੋਈ ਇੱਕ ਵੀ ਸੰਤਾਨ ਭੈੜੀ ਨਿਕਲਾ ਹੈ, ਚਾਹੇ ਲੜਕਾ ਚਾਹੇ ਲੜਕੀ, ਤਾਂ ਉਹ ਕੁਲ ਨੂੰ ਕਲੰਕਿਤ ਕਰ ਦਿੰਦੀ ਹੈ, ਘਰ ਨੂੰ ਨਰਕ ਬਣਾ ਦਿੰਦੀ ਹੈ। ਤੇ ਮਨ ਦੀ ਇਹ ਜਿਹੜੀ 5 ਔਲਾਦ ਨੇ, 5 ਸੰਤਾਨਾਂ ਨੇ, ਇਹ ਤੇ ਪੰਜੇ ਹੀ ਭੈੜੀਆਂ ਨੇ। ਇਸ ਵਾਸਤੇ ਮਨ ਕਲੰਕਿਤ ਹੈ, ਮਨ ਦੁਖੀ ਹੈ, ਮਨ ਬੇਜ਼ਾਰ ਹੈ। ਅਕਸਰ ਭੈੜੀ ਔਲਾਦ ਦਾ ਰੋਣਾ ਰੋਂਦੇ ਹੋਏ ਲੋਕ ਮਿਲਣਗੇ, ਕਹਿ ਦਿੰਦੇ ਨੇ ਪੁੱਤਰ ਨਾ ਹੀ ਜੰਮਦਾ ਤੇ ਠੀਕ ਸੀ, ਇਹ ਧੀ ਨਾ ਹੀ ਪੈਦਾ ਹੁੰਦੀ ਤੇ ਠੀਕ ਸੀ। ਇਹਨੇ ਤੇ ਕਲੰਕ ਲਾ ਦਿੱਤਾ ਹੈ, ਇਹਨੇ ਤੇ ਚਾਰੋਂ ਪਾਸੇ ਸਾਡਾ ਅਪਜਸ ਵਧਾ ਦਿੱਤਾ ਹੈ। ਪਰ ਨੇਕ ਪੁੱਤਰ ਕੁਲ ਦਾ ਕਲੰਕ ਧੋ ਦੇਣਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਐਸਾ ਫਰਮਾਨ, ਅਪਜਸੰ ਮਿਟੰਤ ਸਤ ਪੁੱਤਰੇ ਸਿਮਰ ਤਬ ਹਿਰਦੈ ਗੁਰ ਮੰਤਰਣੇ। ਗਾਥਾ ਮੱਲਾ 5ਵਾਂ। ਸਾਹਿਬ ਕਹਿੰਦੇ ਨੇ ਅਪਜਸ ਮਿਟ ਜਾਂਦਾ ਹੈ ਅਗਰ ਘਰ ਦੇ ਵਿੱਚ ਕੋਈ ਸਤਵਾਦੀ ਪੁੱਤਰ ਪੈਦਾ ਹੋ ਜਾਏ, ਘਰ ਦੇ ਵਿੱਚ ਕੋਈ ਸ਼ਰਾਫਤ ਦਾ ਮੁਜੱਸਮਾ ਪੈਦਾ ਹੋ ਜਾਏ। ਹਸਮੁਖ, ਖੁਸ਼ਪੋਸ਼, ਖੁਸ਼ ਮਿਜ਼ਾਜ, ਖੁਸ਼ ਇਖਲਾਕ ਬੱਚਾ ਘਰ ਦੀ ਰੌਣਕ ਹੁੰਦਾ ਹੈ, ਘਰ ਦਾ ਅਪਜਸ ਮਿਟਾ ਦਿੰਦਾ ਹੈ, ਘਰ ਦੇ ਕਲੰਕ ਨੂੰ ਧੋ ਦਿੰਦਾ ਹੈ। ਲੇਕਿਨ ਐਸੀ ਇੱਕ ਸੰਤਾਨ ਵੀ ਭੈੜੀ ਹੋਵੇ ਤਾਂ ਘਰ ਨੂੰ, ਸਾਰੇ ਪਰਿਵਾਰ ਨੂੰ ਕਲੰਕਿਤ ਕਰਕੇ ਰੱਖ ਦਿੰਦੀ ਹੈ। ਮਨ ਦੀ ਇਹ ਜਿਹੜੀ ਔਲਾਦ ਹੈ, ਇਹ 5 ਨੇ ਤੇ 5 ਦੇ ਬਕਾਇਦਾ ਨਾਮ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਇਹ ਮਨ ਚੋਂ ਪੈਦਾ ਹੁੰਦੇ ਨੇ, ਤਨ ਦੇ ਤਲ ਤੇ ਪ੍ਰਗਟ ਹੁੰਦੇ ਨੇ। ਇਹਨਾਂ ਦੀ ਉਤਪਤੀ ਮਨ ਤੋਂ ਹੈ, ਮਨ ਤੋਂ ਹੀ ਲੋਭ ਪੈਦਾ ਹੁੰਦਾ ਹੈ, ਮਨ ਤੋਂ ਹੀ ਹੰਕਾਰ ਪੈਦਾ ਹੁੰਦਾ ਹੈ, ਮਨ ਤੋਂ ਹੀ ਮੋਹ ਪੈਦਾ ਹੁੰਦਾ ਹੈ, ਮਨ ਤੋਂ ਹੀ ਕਾਮ ਪੈਦਾ ਹੁੰਦਾ ਹੈ। ਦਰਅਸਲ ਕਾਮ ਇੱਕ ਵਿਚਾਰ ਹੈ, ਹੰਕਾਰ ਇੱਕ ਫੁਰਨਾ ਹੈ, ਲੋਭ ਇੱਕ ਵਿਚਾਰ ਹੈ। ਤੇ ਮਨ ਵਿਚਾਰਾਂ ਨੂੰ ਜਨਮ ਦਿੰਦਾ ਹੈ, ਮਨ ਫੁਰਨਿਆਂ ਨੂੰ ਜਨਮ ਦਿੰਦਾ ਹੈ। ਤੇ ਮਨ ਦੇ ਫੁਰਨਿਆਂ ਦੇ 'ਚ ਹੈ ਕਿ ਸਾਰਾ ਦਿਨ ਇਹ ਜਿਹੜੇ ਫੁਰਨੇ ਚੱਲਦੇ ਨੇ ਮਨੁੱਖ ਦੇ ਮਨ ਦੇ 'ਚ, ਮਨ ਦੇ ਫੁਰਨਿਆਂ ਦੇ 'ਚ ਹੈ ਕਿ ਕਾਮ ਜਾਂ ਕ੍ਰੋਧ ਹੋਵੇਗਾ
ਜਾਂ ਲੋਭ ਹੋਵੇਗਾ, ਜਾਂ ਮੋਹ ਹੋਵੇਗਾ, ਜਾਂ ਅਹੰਕਾਰ ਹੋਵੇਗਾ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਦਿਨ ਭਰ ਮਨੁੱਖ ਦੀ ਮਾਨਸਿਕ ਚਿਤਵਨੀ ਜਿਹੜੀ ਹੈ, ਮਾਨਸਿਕ ਚਿੰਤਨ ਜਿਹੜਾ ਹੈ, ਉਹਦੇ 'ਚ ਇਹ ਪੰਜ ਪੁੱਤਰ ਨੇ। ਜੈਸੇ ਆਮ ਹੈ, ਬੰਦਾ ਬਾਰ-ਬਾਰ ਦੂਰ ਜਾ ਕੇ, ਪ੍ਰਦੇਸ਼ ਜਾ ਕੇ ਆਪਣੇ ਬੱਚਿਆਂ ਨੂੰ ਯਾਦ ਕਰਦਾ ਰਹਿੰਦਾ ਹੈ, ਆਪਣੀ ਔਲਾਦ ਨੂੰ ਯਾਦ ਕਰਦਾ ਰਹਿੰਦਾ ਹੈ। ਬਸ ਮਨ ਵੀ ਆਪਣੇ ਇਹਨਾਂ ਪੰਜਾਂ ਜਣੇ ਹੋਇਆਂ ਪੁੱਤਰਿਆਂ ਨੂੰ ਹੀ ਯਾਦ ਕਰਦਾ ਰਹਿੰਦਾ ਹੈ ਔਰ ਉਸ ਦੀ ਚਿਤਵਨੀ ਦੇ 'ਚ ਰਹਿੰਦਾ ਹੈ। ਧਾਰਮਿਕ ਸਾਧਨਾ ਜਿਹੜੀ ਹੈ ਉਹ ਇਸ ਤੇ ਖੜੀ ਹੈ। ਭਗਤ ਕਬੀਰ ਜੀ ਮਹਾਰਾਜ ਦੇ ਕਥਨ ਅਨੁਸਾਰ, ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ। ਹੁਣ ਐਸਾ ਕਿਹੜਾ ਮਾਈ ਕਾ ਲਾਲ ਜਮਿਆ ਜੋ ਆਪਣੇ ਘਰ ਨੂੰ ਆਪ ਅੱਗ ਲਾਵੇ। ਅੱਜ ਤੱਕ ਐਸਾ ਹੋਇਆ ਕਿ ਮਨੁੱਖ ਦੂਜਿਆਂ ਦੇ ਘਰ ਨੂੰ ਅੱਗ ਲਾ ਕੇ ਖੁਸ਼ ਹੁੰਦਾ ਰਿਹਾ, ਪਰ ਕਬੀਰ ਕਹਿੰਦੇ ਨੇ ਭਗਤ ਦੀ ਸੋਚਣੀ ਤੇ ਦ੍ਰਿਸ਼ਟੀ ਕੁਝ ਹੋਰ ਹੈ। ਇਹ ਤੇ ਆਪਣੇ ਘਰ ਨੂੰ ਹੀ ਅੱਗ ਲਾ ਕੇ ਖੁਸ਼ ਹੁੰਦਾ ਹੈ। ਤੇ ਆਪਣਾ ਘਰ ਕਿਹੜਾ ਹੈ? ਤ੍ਰਿਸ਼ਨਾ ਛਾਨ ਭਰੀ ਧਰ ਉਪਰ, ਦੁਰਮਤ ਭਾਂਡਾ ਫੂਟਾ। ਮਨ ਜਿਸ ਝੁੱਗੀ ਦੇ 'ਚ ਰਹਿੰਦਾ ਹੈ ਉਹ ਤ੍ਰਿਸ਼ਨਾ ਦੀ ਝੁੱਗੀ ਹੈ, ਤੇ ਉਹਦੇ 'ਚ ਦੁਰਮਤ ਭੈੜੀ ਮਤ ਦਾ ਇੱਕ ਘੜਾ ਪਿਆ, ਭਾਂਡਾ ਪਿਆ, ਤੇ ਜਿਹਦੇ 'ਚ ਗੰਦਾ ਪਾਣੀ ਮਨ ਪੀਂਦਾ ਰਹਿੰਦਾ ਹੈ। ਕਬੀਰ ਕਹਿੰਦੇ ਨੇ ਐਸਾ ਹੁਣ ਕਿਹੜਾ ਮਾਈ ਕਾ ਲਾਲ ਹੈ ਜਿਹੜਾ ਇਸ ਤ੍ਰਿਸ਼ਨਾ ਦੀ ਝੁੱਗੀ ਨੂੰ ਅੱਗ ਲਾਵੇ, ਝੌਂਪੜੀ ਨੂੰ ਅੱਗ ਲਾਵੇ। ਜਿਸ ਘਰ ਦੇ 'ਚ ਮਨ ਰਹਿੰਦਾ ਹੈ ਇਹਨੂੰ ਅੱਗ ਲਾਵੇ। ਤੇ ਮਨ ਸੂਖਸ਼ਮ ਹੈ, ਮਨ ਅਦ੍ਰਿਸ਼ ਹੈ, ਤੋ ਇਹ ਅਗਨੀ ਵੀ ਅਦ੍ਰਿਸ਼ ਹੈ, ਜਿਹਦੇ ਨਾਲ ਮਨ ਦੇ ਘਰ ਨੂੰ ਸਾੜਨਾ ਹੈ ਤੇ ਮਨ ਦੇ ਪੁੱਤਰਾਂ ਨੂੰ ਸਾੜਨਾ ਹੈ। ਸਿਰਫ ਘਰ ਨੂੰ ਹੀ ਨਹੀਂ ਸਾੜਨਾ, ਔਲਾਦ ਨੂੰ ਵੀ ਸਾੜਨਾ ਹੈ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ ਰਹੇ ਰਾਮ ਲੇਵਲਾ। ਪੰਜਾਂ ਹੀ ਪੁੱਤਰਾਂ ਨੂੰ ਸਾੜ ਕੇ ਰਾਮ ਦੀ ਧੁਨੀ ਦੇ 'ਚ ਲੀਨ ਰਵੇ। ਐਸਾ ਕਿਹੜਾ ਮਾਈ ਕਾ ਲਾਲ ਹੈ। ਤੋ ਇੱਕ ਤੇ ਪ੍ਰਗਟ ਅਗਨੀ ਹੈ ਜਿਹੜੀ ਬਾਹਰ ਸਾੜਦੀ ਹੈ, ਬਾਹਰ ਜਲਾਉਣ ਦੇ ਕੰਮ ਆਉਂਦੀ ਹੈ। ਮਨੁੱਖ ਜਦ ਈਰਸ਼ਾ ਨਾਲ ਭਰਦਾ ਹੈ, ਮਨੁੱਖ ਜਦ ਦੁਸ਼ਮਣੀ ਦੇ ਨਾਲ ਭਰਦਾ ਹੈ, ਮਨੁੱਖ ਜਦ ਬਦਲੇ ਦੀ ਭਾਵਨਾ ਨਾਲ ਭਰਦਾ ਹੈ ਤੇ ਦੂਜੇ ਨੂੰ ਸਾੜਨ ਦਾ ਚਿੱਤ ਕਰਦਾ ਹੈ। ਪਰ ਜਦ ਮਨੁੱਖ ਦਇਆ ਨਾਲ ਭਰਦਾ ਹੈ, ਜਦ ਮਨੁੱਖ ਸੰਤੋਖ ਨਾਲ ਭਰਦਾ ਹੈ, ਜਦ ਮਨੁੱਖ ਗਿਆਨ ਨਾਲ ਭਰਦਾ ਹੈ, ਜਦ ਮਨੁੱਖ ਵਿਚਾਰ ਨਾਲ ਭਰਦਾ ਹੈ, ਤੇ ਉਹਦਾ ਚਿੱਤ ਕਰਦਾ ਹੁਣ ਆਪਣੇ ਉਸ ਘਰ ਨੂੰ ਸਾੜਾਂ ਜਿਹਦੇ 'ਚ ਮਨ ਰਹਿੰਦਾ ਹੈ, ਉਸ ਔਲਾਦ ਨੂੰ ਸਾੜਾਂ ਜਿਸ ਨੇ ਬੇਚੈਨ ਕਰ ਰੱਖਿਆ ਹੈ, ਪਰੇਸ਼ਾਨ ਕਰ ਰੱਖਿਆ ਹੈ। ਇੱਕ ਅੱਗ ਲੱਗੇਗੀ ਬਾਹਰ, ਉਹ ਬਦਲੇ ਦੀ ਭਾਵਨਾ ਵਸ ਹੋ ਕੇ, ਅਹੰਕਾਰ ਵਸ ਹੋ ਕੇ, ਪਰ ਇੱਕ ਅੱਗ ਪੈਦਾ ਹੋਵੇਗੀ ਦਇਆ ਵਸ ਹੋ ਕੇ, ਸੰਤੋਖ ਵਸ ਹੋ ਕੇ। ਉਸ ਅਗਨੀ ਨੂੰ ਗੁਰਬਾਣੀ ਨੇ ਬ੍ਰਹਮ ਅਗਨ ਆਖਿਆ, ਕਬੀਰ ਨੇ ਵੀ ਉਸ ਨੂੰ ਬ੍ਰਹਮ ਅਗਨੀ ਆਖਿਆ। ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੇ ਚੋਟ ਸਿਧਾਇਆ। ਬ੍ਰਹਮ ਅਗਨੀ ਮੇਰੇ ਅੰਦਰ ਪੈਦਾ ਹੋ ਗਈ ਹੈ। ਤੇ ਬ੍ਰਹਮ ਅਗਨੀ ਕਿਵੇਂ ਪੈਦਾ ਹੋਵੇ? ਬਾਹਰ ਜਿਹੜੀ ਅੱਗ ਹੈ ਉਹ ਮਾਚਿਸ ਦੀ ਤੀਲੀ ਅਸੀਂ ਰਗੜਦੇ ਹਾਂ, ਪੈਦਾ ਹੁੰਦੀ ਹੈ। ਪ੍ਰਾਚੀਨ ਸਮੇਂ 'ਚ ਦੋ ਪੱਥਰਾਂ ਨੂੰ ਰਗੜ ਕੇ ਅੱਗ ਪੈਦਾ ਕੀਤੀ ਜਾਂਦੀ ਸੀ, ਜਾਂ ਦੋ ਲੱਕੜਾਂ ਨੂੰ ਰਗੜ ਕੇ ਵੀ ਪ੍ਰਾਚੀਨ ਸਮੇਂ 'ਚ ਅਗਨ ਪੈਦਾ ਕੀਤੀ ਜਾਂਦੀ ਸੀ। ਇਹ ਜਿਹੜੀ ਬ੍ਰਹਮ ਅਗਨ ਹੈ ਇਹ ਕਿਸ ਤਰ੍ਹਾਂ ਪੈਦਾ ਹੋਵੇ, ਇਸ ਦੇ ਬਾਰੇ ਧਾਰਮਿਕ ਜਗਤ ਦੇ 'ਚ ਜਿਹੜੇ ਸ਼ਬਦ ਪ੍ਰਚਲਿਤ ਨੇ, ਜਪ ਤਪ, ਤਪ ਤਪਸ਼, ਤਪ ਅਗਨੀ। ਕਿਸ ਦੀ ਅਗਨੀ? ਜਪ ਦੀ ਅਗਨੀ, ਜਪ ਦੀ ਤਪਸ਼, ਜਪ ਦਾ ਸੇਕ, ਜਪ ਦੀ ਅੱਗ। ਜਦ ਕੋਈ ਮਨੁੱਖ ਵਾਹਿਗੁਰੂ ਵਾਹਿਗੁਰੂ ਐਸਾ ਜਾਪ ਕਰਦਾ ਹੈ, ਜਦ ਕੋਈ ਮਨੁੱਖ ਰਾਮ ਰਾਮ ਦੀ ਧੁਨੀ ਉਚਾਰਨ ਕਰਦਾ ਹੈ, ਜਦ ਕੋਈ ਮਨੁੱਖ ਅੱਲਾ ਅੱਲਾ ਦਾ ਚਿੰਤਨ ਕਰਦਾ ਹੈ, ਤਾਂ ਇਹ ਦਰਅਸਲ ਸੰਸਾਰ ਤੇ ਨਿਰੰਕਾਰ ਦਾ ਆਪਸ ਦੇ ਵਿੱਚ ਛੂਹਣਾ ਹੈ। ਜਦ ਕੋਈ ਐਸਾ ਰਟਨ ਕਰਦਾ ਹੈ ਤੇ ਮਨ ਦਾ ਪ੍ਰਮਾਤਮਾ ਦੇ ਨੇੜੇ ਆਉਣਾ ਹੈ। ਇਹਦੇ ਨਾਲ ਜਿਹੜੀ ਅਗਨ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਬ੍ਰਹਮ ਅਗਨੀ। ਇਹਨੂੰ ਯੋਗੀਆਂ ਨੇ ਯੋਗਾ ਅਗਨ ਵੀ ਆਖਿਆ। ਇਹ ਜਪ ਤੋਂ ਪੈਦਾ ਹੁੰਦੀ ਹੈ। ਇਸ ਵਾਸਤੇ ਧਾਰਮਿਕ ਦੁਨੀਆ ਦੇ ਜਪ ਤਪ ਇਕੱਠਾ ਸ਼ਬਦ ਬਣ ਗਿਆ। ਤਪ ਸੋਜ਼, ਤਪ ਸੇਕ, ਤਪ ਅਗਨੀ। ਪਰ ਕਿਸ ਦੀ ਅਗਨੀ? ਜਪ ਦੀ ਅਗਨੀ। ਜਦ ਵੀ ਕੋਈ ਮਨੁੱਖ ਜਪ ਕਰਦਾ ਹੈ ਉਸ ਦੇ ਅੰਦਰ ਤਪ ਪੈਦਾ ਹੋਵੇਗਾ, ਉਸ ਦੇ ਅੰਦਰ ਤਪਸ਼ ਪੈਦਾ ਹੋਵੇਗੀ, ਉਸ ਦੇ ਅੰਦਰ ਅਗਨੀ ਪੈਦਾ ਹੋਵੇਗੀ। ਪਰ ਇਹ ਅਗਨ ਠੰਡੀ ਅਗਨ ਹੁੰਦੀ ਹੈ, ਸਾੜਦੀ ਜ਼ਰੂਰ ਹੈ। ਕਿਸ ਨੂੰ ਸਾੜਦੀ ਹੈ? ਇਹ ਕ੍ਰੋਧ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਇਹ ਲੋਭ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ,
ਇਹ ਕਾਮ ਨੂੰ ਸਾੜ ਕੇ ਸੁਆਹ ਕਰ ਦਿੰਦੀ ਏ। ਬਾਹਰ ਦੀ ਕੋਈ ਅਗਨ ਕ੍ਰੋਧ ਨੂੰ ਸਾੜਦੀ ਨਹੀਂ, ਬਲਕਿ ਬਾਹਰ ਦੀ ਅਗਨ ਤੇ ਕ੍ਰੋਧ ਨੂੰ ਭੜਕਾਉਂਦੀ ਏ, ਕਾਮ ਨੂੰ ਭੜਕਾਉਂਦੀ ਏ, ਅਹੰਕਾਰ ਨੂੰ ਭੜਕਾਉਂਦੀ ਏ। ਅਗਰ ਇਸ ਤਰ੍ਹਾਂ ਦੀ ਅਗਨ ਦੇ ਨਾਲ ਇਹ ਪੰਜੇ ਪੁੱਤਰ, ਪੰਜੇ ਵਿਕਾਰ ਸੜ ਸਕਦੇ ਤੇ ਸ਼ਾਇਦ ਸਾਰੀ ਦੁਨੀਆ ਹੀ ਅੱਗ ਲਾ ਕੇ ਇਹਨਾਂ ਪੰਜਾਂ ਨੂੰ ਸਾੜ ਕੇ ਤੇ ਪੰਜਾਂ ਤੋਂ ਬਚ ਜਾਂਦੀ। ਪਰ ਨਹੀਂ, ਉਹ ਤੇ ਜਪ ਦੀ ਅਗਨ ਨਾਲ ਹੀ ਇਹਨਾਂ ਨੂੰ ਸਾੜਿਆ ਜਾਏਗਾ, ਇਹਨਾਂ ਨੂੰ ਜਲਾਇਆ ਜਾਏਗਾ। ਤੋ ਕਬੀਰ ਅਧਿਆਤਮਕ ਗਿਆਨ ਦਿੰਦਿਆਂ ਹੋਇਆ ਕਹਿੰਦੇ ਨੇ, ਐਸਾ ਕਿਹੜਾ ਮਾਈ ਕਾ ਲਾਲ ਜਮਿਆ ਜੋ ਆਪਣੇ ਹੀ ਘਰ ਨੂੰ ਅੱਗ ਲਾਵੇ, ਤ੍ਰਿਸ਼ਨਾ ਦੀ ਝੁੱਗੀ ਨੂੰ ਅੱਗ ਲਾਵੇ ਜਪ ਦੀ ਅਗਨ ਨਾਲ। ਕਬੀਰ ਐਸਾ ਕੋਈ ਨ ਜਨਮਿਓ, ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੇ ਰਹੇ ਰਾਮ ਲਿਵਲਾਰ। ਇਹ ਭੈੜੀ ਸੰਤਾਨ, ਇਹ ਭੈੜੀ ਔਲਾਦ ਜੋ ਮਨ ਚੋਂ ਪੈਦਾ ਹੋਈ ਹੈ, ਇਹਨਾਂ ਨੂੰ ਸਾੜ ਕੇ, ਇਹਨਾਂ ਨੂੰ ਸੁਆਹ ਕਰਕੇ ਤੇ ਰਾਮ ਦੀ ਧੁਨੀ ਵਿੱਚ ਲੀਨ ਰਵੇ। ਐਸਾ ਕਿਹੜਾ ਮਾਈ ਕਾ ਲਾਲ ਹੈ, ਐਸਾ ਕੌਣ ਹੈ ਜੋ ਜਗਤ ਵਿੱਚ ਆਇਆ ਹੈ। ਇਸ ਤਰੀਕੇ ਦੇ ਅਧਿਆਤਮਕ ਉਪਦੇਸ਼ ਸੰਦੇਸ਼ ਆਪ ਥਾਂ ਥਾਂ ਤੇ ਦਿੰਦੇ ਰਹੇ। ਆਪ ਹਰ ਥਾਂ ਤੇ ਐਸਾ ਕਹਿੰਦੇ ਰਹੇ ਕਿ ਜ਼ਾਤ ਕਰਕੇ ਨਾ ਕੋਈ ਉੱਚਾ ਨਾ ਕੋਈ ਨੀਵਾਂ, ਕਰਮ ਕਰਕੇ ਮਨੁੱਖ ਉੱਚਾ ਹੈ, ਕਰਮ ਕਰਕੇ ਮਨੁੱਖ ਨੀਵਾਂ ਹੈ। ਗਿਆਨ ਕਰਕੇ ਮਨੁੱਖ ਮਹਾਨ ਹੈ, ਅਗਿਆਨ ਕਰਕੇ ਹੀ ਮਨੁੱਖ ਤੁੱਛ ਹੈ। ਔਰ ਧਨ ਕਰਕੇ ਕੋਈ ਧਨਵਾਨ ਨਹੀਂ, ਪ੍ਰਭੂ ਦੇ ਨਾਮ ਕਰਕੇ ਹੀ ਮਨੁੱਖ ਧਨਵਾਨ ਹੈ। ਆਪ ਨੇ ਸਪਸ਼ਟ ਰੂਪ ਵਿੱਚ ਕਹਿ ਦਿੱਤਾ ਹੈ, ਕਹੋ ਕਬੀਰ ਨਿਰਧਨ ਹੈ ਸੋਈ, ਜਾਂ ਕੇ ਹਿਰਦੇ ਨਾਮ ਨਾ ਹੋਈ। ਵਾਸਤਵਿਕ ਮਨੁੱਖ, ਗਿਆਨੀ ਮਨੁੱਖ ਨਾਮ ਰਸੀਏ ਨੂੰ ਸਨਮਾਨ ਦੇਵੇਗਾ, ਕਿਉਂਕਿ ਉਸ ਦੇ ਕੋਲ ਪਰਮ ਧਨ ਹੈ। ਤੇ ਅਗਿਆਨੀ ਮਨੁੱਖ ਕੇਵਲ ਧਨਵਾਨ ਨੂੰ ਹੀ ਸਨਮਾਨ ਦੇਵੇਗਾ ਜਿਹਦੇ ਕੋਲ ਇਹ ਅਸਥੂਲ ਧਨ ਹੈ। ਐਸਾ ਅਸੀਂ ਜਗਤ ਵਿੱਚ ਦੇਖਦੇ ਹਾਂ। ਇੱਕ ਪ੍ਰਸੰਗ ਸਵੈਮ ਭਗਤ ਕਬੀਰ ਨੇ ਲਿਖਿਆ ਹੈ। ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ ਸ੍ਰੀ ਕ੍ਰਿਸ਼ਨ ਦੁਰਯੋਧਨ ਦਾ ਘਰ ਛੱਡ ਕੇ ਰਾਤ ਬਿਦਰ ਦੇ ਘਰ ਰਹੇ। ਦੁਰਯੋਧਨ ਧਨਵਾਨ ਹੈ, ਬਿਦਰ ਨਿਰਧਨ ਹੈ। ਦੁਰਯੋਧਨ ਰਾਜਾ ਹੈ, ਬਿਦਰ ਮੁਫਲਿਸ ਹੈ। ਦੁਰਯੋਧਨ ਕੋਲ ਮਹਿਲ ਮਾੜੀਆਂ ਨੇ, ਬਿਦਰ ਕੋਲ ਇੱਕ ਨਿੱਕੀ ਝੋਗੀ ਹੈ। ਦੁਰਯੋਧਨ ਦੇ ਘਰ 36 ਪ੍ਰਕਾਰ ਦੇ ਪਦਾਰਥ ਸਵੇਰੇ ਸ਼ਾਮ ਬਣਦੇ ਨੇ। ਬਿਦਰ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਦਾ ਹੈ। ਰਾਗ ਰੰਗ ਦੀਆਂ ਮਹਿਫਲਾਂ ਦੁਰਯੋਧਨ ਦੇ ਘਰ ਸਜਦੀਆਂ ਨੇ, ਜਦ ਕਿ ਪ੍ਰਭੂ ਨਾਮ ਦਾ ਚਿੰਤਨ ਬਿਦਰ ਦੇ ਘਰ ਹੁੰਦਾ ਹੈ। ਜਦ ਦੁਰਯੋਧਨ ਦੇ ਘਰ ਨੂੰ ਛੱਡ ਕੇ ਰਾਤ ਕੱਟੀ ਬਿਦਰ ਦੇ ਘਰ, ਦੁਰਯੋਧਨ ਦੇ ਅਹਿਲਕਾਰ ਕ੍ਰਿਸ਼ਨ ਨੂੰ ਕਹਿੰਦੇ ਨੇ, ਆਖਰ ਤੂੰ ਗਵਾਲੇ ਦਾ ਗਵਾਲਾ ਹੀ ਰਿਹਾ। ਰਾਜਿਆਂ ਨੂੰ ਰਾਜਿਆਂ ਦੇ ਘਰ ਰਹਿਣਾ ਚਾਹੀਦਾ ਹੈ, ਧਨਵਾਨਾਂ ਨੂੰ ਧਨਵਾਨਾਂ ਦੇ ਘਰ ਰਹਿਣਾ ਚਾਹੀਦਾ ਹੈ। ਮਿੱਤਰਤਾ ਬਰਾਬਰੀ ਦੇ ਤਲ ਤੇ ਹੁੰਦੀ ਹੈ। ਐਸਾ ਨੀਤੀ ਦਾ ਉਪਦੇਸ਼ ਹੈ। ਸ੍ਰੀ ਕ੍ਰਿਸ਼ਨ ਕਹਿੰਦੇ ਨੇ, ਮੈਂ ਬਰਾਬਰੀ ਦੇ ਤਲ ਤੇ ਹੀ ਆ ਕੇ ਰਿਹਾ। ਨਾਮ ਧਨ ਦੀ ਦੌਲਤ ਨਾਲ ਬਿਦਰ ਦਾ ਹਿਰਦਾ ਮਾਲਾ ਮਾਲ ਹੈ। ਨਾਮ ਧਨ ਦੀ ਦੌਲਤ ਨਾਲ ਮੇਰਾ ਹਿਰਦਾ ਮਾਲਾ ਮਾਲ ਹੈ। ਇੱਕ ਧਨਵਾਨ ਦੇ ਘਰ ਆਇਆ ਹੈ, ਇੱਕ ਅਮੀਰ ਦੇ ਘਰ ਆਇਆ ਹੈ। ਤੇਰੇ ਘਰ ਇਹ ਸਭ ਕੁਝ ਨਹੀਂ ਸੀ। ਇਸ ਪ੍ਰਸੰਗ ਨੂੰ ਕਬੀਰ ਨੇ ਆਪਣੀ ਬਾਣੀ 'ਚ ਇੰਜ ਕਲਮਬੰਦ ਕੀਤਾ ਹੈ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਵ ਬਿਦਰ ਕੋ ਦੇਖੋ, ओहे गरीब मोए भावे, हस्ती देख भरम ते भूला, श्री भगवान न जानिया, तुमरो दूध बिदर को पानो, अमृत कर मैं मानिया, खीर समान साग में पाया, गुण गावत रैन बिहानी। ऐ दुर्योधन, जे तेरे घर मैं रात कटदा ते झूठे राग रंग दियां महफिलां ही तू मेरे अगों सजाणियां सन, पर बिदर दे घर रात बड़ी सोहनी लंघी है। सारी रात प्रभु दे गीत गांदियां लंघ गई। बिदर ते मैं सारी रात प्रभु दा चिंतन करते रहे, प्रभु दा कीर्तन करते रहे, ते प्रभु दे कीर्तन ने, प्रभु दे गुणा ने अलूणे साग नूं भी खीर ते होर अमृत दे च बदल के रख दिता, 36 प्रकार दे भोजन दे च बदल के रख दिता, जद कि तेरे घर दी वासना ते तृष्णा ने 36 प्रकार दे भोजन नूं भी जहर बना देना सी। खीर समान साग में पाया, गुण गावत रहन बयानी, कबीर को ठाकर आनंद बिनोदी,
ਜਾਤ ਨਾ ਕਾਹੂ ਕੀ ਮਾਨੀ। ਕਬੀਰ ਕਹਿੰਦੇ ਨੇ ਠਾਕੁਰ ਪਰਮ ਪੁਰਖਾਂ ਦੀ ਦ੍ਰਿਸ਼ਟੀ ਦੇ ਵਿੱਚ ਜਾਤ ਬੇਮੈਨੀ ਆਉਂਦੀ ਹੈ। ਹੈਰਾਨਗੀ ਦੀ ਗੱਲ ਹੈ ਕਿ ਸ਼ੂਦਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ, ਪਰ ਸ਼ੂਦਰ ਭਿਲਣੀ ਦੇ ਬੇਰ ਸ਼੍ਰੀ ਰਾਮ ਝੂਠੇ ਖਾਂਦੇ ਨੇ। ਝੂਠੇ ਬੇਰ ਉਹ ਛਕਦੇ ਨੇ, ਉਹ ਸ਼ੂਦਰ ਹੈ। ਸ਼ੂਦਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ, ਪਰ ਬਿਦਰ ਦੇ ਘਰ ਬਕਾਇਦਾ ਸ਼੍ਰੀ ਕ੍ਰਿਸ਼ਨ ਚਲੇ ਜਾਂਦੇ ਨੇ ਔਰ ਬਾਲਮੀਕ ਦਾ ਉਹ ਸਨਮਾਨ ਕਰਦੇ ਨੇ। ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕੇ ਦੇਖ। ਇਸ ਤਰ੍ਹਾਂ ਦਾ ਉਪਦੇਸ਼ ਸੰਦੇਸ਼ ਗੁਰਦੇਵ ਦੀ ਬਾਣੀ ਦੇ ਚੋਂ ਜੋ ਹੈ ਮਿਲਦਾ ਹੈ। ਭਗਤ ਸ਼੍ਰੀ ਕਬੀਰ ਐਸੇ ਸਮੇਂ 'ਚ ਹੋਏ ਨੇ, ਆਪ ਦੀਆਂ ਲਹਿਰਾਂ ਦੇ ਨਾਲ ਹੋਰ ਅਨੇਕਾਂ ਭਗਤ ਉੱਠੇ। ਰਵਿਦਾਸ, ਨਾਮਦੇਵ, ਸਦਨਾ, ਸੈਨ, ਬੀਖਨ, ਆਪ ਦੇ ਵਿਚਾਰਾਂ ਦਾ ਚਾਰੋਂ ਪਾਸੇ ਪ੍ਰਭਾਵ ਪਿਆ। ਅੱਜ ਵੀ ਕੋਈ ਦਾਰਸ਼ਨਿਕ ਗੱਲ ਜੋੜਨੀ ਹੋਵੇ ਤੇ ਕਬੀਰ ਨੂੰ ਅੱਗੇ ਕਰਨਾ ਪੈਂਦਾ ਹੈ। ਆਪ ਦੇ ਕਹਿਣ ਦਾ ਢੰਗ ਐਸਾ ਹੈ, ਕਿਧਰੇ ਆਪ ਹਾਸ ਰਸ ਦੇ 'ਚ ਕਹਿੰਦੇ ਨੇ, ਕਿਧਰੇ ਆਪ ਰੋਦਰ ਰਸ ਦੇ 'ਚ ਕਹਿੰਦੇ ਨੇ, ਕਿਧਰੇ ਆਪ ਸ਼ਾਂਤ ਰਸ ਦੇ 'ਚ ਕਹਿੰਦੇ ਨੇ, ਕਿਧਰੇ ਆਪ ਬੀਰ ਰਸ ਦੇ 'ਚ ਵੀ ਕਹਿੰਦੇ ਨੇ। ਆਪ ਦੇ ਬੀਰ ਰਸ ਦੇ ਵੀ ਬਚਨ ਨੇ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੇ ਕਬੂ ਨਾ ਛਾੜੇ ਖੇਤ। ਇਹ ਬੋਲ ਭਗਤ ਕਬੀਰ ਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਜ ਨੇ। ਬਈ ਉਹ ਸੂਰਮਾ ਹੈ ਜੋ ਲੜੇ ਦੀਨ ਕੇ ਹੇਤ, ਦੀਨ ਗਰੀਬ, ਜੋ ਗਰੀਬ ਦੀ ਖਾਤਰ ਲੜਦਾ ਹੈ, ਕਮਜ਼ੋਰ ਦੀ ਖਾਤਰ ਲੜਦਾ ਹੈ। ਸੂਰਮਾ ਉਸ ਨੂੰ ਮੰਨਾਂਗੇ ਜਿਹਦੀ ਸਾਰੀ ਤਾਕਤ ਕਮਜ਼ੋਰ ਨੂੰ ਬਲਵਾਨ ਕਰਨ ਦੇ 'ਚ ਖਰਚ ਹੋ ਜਾਏ, ਮੁਫਲਿਸ ਨੂੰ ਅਮੀਰ ਬਣਾਉਣ ਦੇ 'ਚ ਖਰਚ ਹੋ ਜਾਏ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕਟ ਮਰੇ ਕਬੂ ਨਾ ਛਾੜੇ ਖੇਤ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂ ਜਨ ਕੋ ਧਾਓ। ਗਗਨ ਮੰਡਲ ਦੇ 'ਚ, ਦਿਮਾਗ ਦੇ 'ਚ, ਮਨ ਦੇ 'ਚ ਵਿਚਾਰਾਂ ਉਤਪਨ ਹੋਈਆਂ ਨੇ, ਖਿਆਲ ਉਤਪਨ ਹੋਏ ਨੇ। ਤੇ ਖਿਆਲ ਕਿਹੜੇ ਉਤਪਨ ਹੋਏ ਨੇ? ਦੀਨ ਦੀ ਬਾਂਹ ਪਕੜਨੀ ਹੈ, ਕਮਜ਼ੋਰ ਦੀ ਬਾਂਹ ਪਕੜਨੀ ਹੈ। ਇਸ ਤਰ੍ਹਾਂ ਦੇ ਆਦਰਸ਼ਵਾਦੀ ਉਪਦੇਸ਼ ਕਬੀਰ ਨੇ ਵੰਡਦੇ ਆਇਆ ਆਪਣਾ ਜੀਵਨ ਬਤੀਤ ਕੀਤਾ, ਜਗਤ ਦਾ ਜੀਵਨ ਸਫਲ ਕੀਤਾ।